ਲੁਧਿਆਣਾ ਬਣਿਆ ਭੂ ਮਾਫੀਆ ਦਾ ਅੱਡਾ। ਸਸਤੀਆਂ ਜ਼ਮੀਨਾਂ ਦਾ ਮਹਿੰਗਾ ਖੇਡ। ਲੱਖਾਂ ਦੀ ਨਹੀਂ ਕਰੋੜਾਂ ਦੀ ਗੇਮ। ਅਮੀਰਾਂ ਦਾ ਹੱਬ ਸਨਅਤੀ ਸ਼ਹਿਰ ਲੁਧਿਆਣਾ। ਮਹਿੰਗੀਆਂ ਗੱਡੀਆਂ ਦੇ ਸ਼ੌਕੀਨਾਂ ਦਾ ਸ਼ਹਿਰ ਜੋ ਚਮਕ ਤਮਕ ਪੇਸ਼ ਕਰਦਾ ਹੈ, ਉੱਥੇ ਹੀ ਉਸਾਰੀ ਦੀਆਂ ਇਹ ਤਸਵੀਰਾਂ ਕਾਲੇ ਖੇਡ ਨੂੰ ਉਜਾਗਰ ਕਰਦੀਆਂ ਨੇ। ਖਬਰਾਂ ਤਾਂ ਤੁਸੀਂ ਕਈ ਵਾਰ ਪੜ੍ਹੀਆਂ ਹੋਣੀਆਂ ਕਿ ਕਿਵੇਂ ਸਸਤੀਆਂ ਜ਼ਮੀਨਾਂ ਨੂੰ ਭੂ ਮਾਫੀਆ ਮਹਿੰਗੇ ਰੇਟਾਂ ਤੇ ਵੇਚਣ ਦਾ ਕਾਲਾ ਖੇਡ ਖੇਡਦਾ ਹੈ, ਪਰ ਅੱਜ ਤੁਹਾਨੂੰ ਪੂਰਾ ਕਾਲਾ ਖੇਡ ਸਮਝਾਉਂਦੇ ਹਾਂ। ਇਹ ਤਸਵੀਰਾਂ ਨੇ ਲੁਧਿਆਣਾ ਦੇ ਤੁਗਰੀ ਫੇਜ਼ 2 ਦੀਆਂ, ਜਿੱਥੇ 1984 ਸਿੱਖ ਵਿਰੋਧੀ ਦੰਗਾ ਪੀੜਤਾਂ ਨੂੰ ਸਰਕਾਰ ਨੇ ਫਲੈਟ ਮੁਹੱਈਆ ਕਰਵਾਏ ਸੀ, ਪਰ ਭੂ ਮਾਫੀਆ ਨੇ ਇੱਥੇ ਇਹਨਾਂ ਦੰਗਾ ਪੀੜਤਾਂ ਦੇ ਕੋਲੋਂ ਇਹ ਫਲੈਟ ਇੱਕ ਇੱਕ ਕਰਕੇ ਖਰੀਦਣੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਤਾਂ ਸਭ ਕੁਝ ਲੀਗਲ ਹੈ, ਜਾਇਜ਼ ਹੈ, ਕਾਨੂੰਨ ਦੇ ਦਾਇਰੇ 'ਚ ਹੈ, ਪਰ ਹੁਣ ਸ਼ੁਰੂ ਹੁੰਦੀ ਹੈ ਲੱਖਾਂ ਦੀ ਜ਼ਮੀਨ ਨੂੰ ਕਰੋੜਾਂ ਦੀ ਪ੍ਰਾਪਰਟੀ 'ਚ ਤਬਦੀਲ ਕਰਨ ਦੀ ਸਿਆਹ ਖੇਡ। 10 ਫਲੈਟਾਂ ਨੂੰ ਤੋੜ ਕੇ ਮਾਫੀਆ ਇੱਥੇ ਤਿਆਰ ਕਰਵਾਉਂਦਾ ਹੈ ਇਹ ਆਲੀਸ਼ਾਨ ਹੋਟਲ, ਜੋ ਕਿ ਹਾਲੇ ਫਿਲਹਾਲ ਅੰਡਰ ਕੰਸਟਰਕਸ਼ਨ ਹੈ। ਰੈਜ਼ੀਡੈਂਸ਼ੀਅਲ ਇਲਾਕੇ 'ਚ ਹੋਟਲ ਖੜਾ ਕੀਤਾ ਜਾ ਰਿਹਾ। ਸਸਤੇ 'ਚ ਖਰੀਦੇ ਫਲੈਟਸ ਨੂੰ ਮਹਿੰਗੀ ਪ੍ਰਾਪਰਟੀ ਦਾ ਹੌਲੀ-ਹੌਲੀ ਰੂਪ ਦਿੱਤਾ ਜਾ ਰਿਹਾ, ਪਰ ਇਹ ਕਿਸੇ ਸਰਕਾਰੀ ਅਧਿਕਾਰੀ ਨੂੰ ਤਾਂ ਵਿਖਾਈ ਨਹੀਂ ਦੇ ਰਿਹਾ। ਜਾਂ ਫਿਰ ਗਾਂਧੀ ਜੀ ਦੇ ਗੁਲਾਬੀ ਨੋਟਾਂ ਦਾ ਭਾਰ ਕਹਿ ਲਓ ਕਿ ਸ਼ਾਇਦ ਇਸ ਸਭ ਨੂੰ ਦੇਖ ਕੇ ਵੀ ਅਣਦੇਖਾ ਕੀਤਾ ਜਾ ਰਿਹਾ, ਕਿਉਂਕਿ ਖੇਡ ਕਰੋੜਾਂ ਦੀ ਪ੍ਰਾਪਰਟੀ ਦਾ ਜੋ ਹੈ। ਐਸੇ ਕਰਕੇ ਸਾਡੇ ਸਹਿਯੋਗੀ ਨਵੀਨ ਸ਼ਰਮਾ ਜਦ ਪਹੁੰਚੇ ਇਸ ਥਾਂ ਤੇ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਭੂ ਮਾਫੀਆ ਦੇ ਬੰਦੇ ਕਰਨ ਲੱਗੇ ਧੜਾ-ਧੜ ਫੋਨ ਕਾਲਾਂ ਕਿ ਜਨਾਬ ਇਹ ਖਬਰ ਨਾ ਚਲਾਇਓ, ਸਾਡਾ ਨੁਕਸਾਨ ਹੋ ਜਾਵੇਗਾ। ਸਣੇ ਤਸਵੀਰਾਂ ਤੁਹਾਨੂੰ ਵਿਖਾਉਂਦੇ ਆ ਕਿ ਸਾਡੇ ਸਹਿਯੋਗੀ ਨੇ ਕੀ ਵੇਖਿਆ ਸਾਈਟ ਤੇ ਜਾ ਕੇ, ਤੇ ਉਸ ਤੋਂ ਬਾਅਦ ਹੋਇਆ ਕੀ, ਕਿਵੇਂ ਆਈਆਂ ਫੋਨ ਕਾਲਾਂ। ਲੁਧਿਆਣਾ ਦੇ ਫੇਸ 2 ਦੇ ਵਿੱਚ ਇਨਲੀਗਲ ਜਿਹੜੀ ਹੈ ਉਹ ਬਿਲਡਿੰਗ ਉਸਾਰੀ ਗਈ ਹੈ। ਇਹ ਲੁਧਿਆਣਾ ਦਾ ਫੇਸ 2 ਦੇ ਵਿੱਚ 1984 ਸਿੱਖ ਕਤਲੇਆਮ ਦੇ ਜਿਹੜੇ ਪੀੜਿਤ ਪਰਿਵਾਰ ਹੈ, ਸਰਕਾਰ ਵੱਲੋਂ ਉਹਨਾਂ ਨੂੰ ਫਲੈਟ ਦਿੱਤੇ ਗਏ, ਪਰ ਉਹਨਾਂ ਫਲੈਟਾਂ ਨੂੰ ਤੋੜ ਕੇ ਇੱਕ ਹੋਟਲ ਦੀ ਉਸਾਰੀ ਕਰ ਦਿੱਤੀ ਗਈ ਔਰ ਕਮਰਸ਼ੀਅਲ ਦੁਕਾਨਾਂ ਖੋਲ ਦਿੱਤੀਆਂ ਗਈਆਂ। ਇਹ 10 ਦੇ ਕਰੀਬ ਟੋਟਲ ਫਲੈਟ ਨੇ ਜਿਨ੍ਹਾਂ ਤੇ ਹੋਟਲ ਬਣਾ ਦਿੱਤਾ ਗਿਆ, ਔਰ ਇਹ ਗਲਾਡਾ ਦੀ ਕਿਧਰੇ ਨਾ ਕਿਧਰੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਹਜੇ ਤੱਕ ਇਸ ਪੂਰੀ ਇਮਾਰਤ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ। ਜਿਹੜੇ ਉਹ ਪਰਿਵਾਰ ਇੱਥੇ ਰਹਿੰਦੇ ਸੀ ਉਹਨਾਂ ਕੋਲੋਂ ਇਹ ਫਲੈਟ ਕਿਵੇਂ ਲਿੱਤੇ ਗਏ, ਸਵਾਲ ਇਹ ਵੀ ਹੈ, ਔਰ ਉਹ ਫਲੈਟ ਕਿਸ ਭਾਅ ਤੇ ਲਿੱਤੇ ਗਏ, ਉਹ ਪਰਿਵਾਰ ਕਿੱਥੇ ਗਏ, ਕਈ ਤਰ੍ਹਾਂ ਦੇ ਸਵਾਲ ਹੈ, ਉਹ ਉੱਠਣੇ ਲਾਜ਼ਮੀ ਹੈ। ਤਾਂ ਇਹ ਤਸਵੀਰਾਂ ਕੈਮਰੇ 'ਚ ਕੈਦ ਕਰਨ ਦੀ ਦੇਰ ਹੀ ਸੀ ਕਿ ਸਾਡੇ ਸਹਿਯੋਗੀ ਦੀਆਂ ਫੋਨ ਦੀਆਂ ਘੰਟੀਆਂ ਟਰਨ ਟਰਨ ਕਰਕੇ ਖੜਕਣੀਆਂ ਸ਼ੁਰੂ ਹੋ ਗਈਆਂ। ਖੁਦ ਨੂੰ ਚਮਨ ਲਾਲ ਬੱਗਾ ਦੱਸਣ ਵਾਲਾ ਹੈ ਸ਼ਖਸ ਕਿਵੇਂ ਕੈਮਰੇ ਤੋਂ ਡਰਦਾ ਤੇ ਖਬਰ ਰੁਕਵਾਉਣ ਦਾ ਕਰਦਾ ਹੈ ਅਸਫਲ ਯਤਨ। ਹੁਣ ਤੁਹਾਨੂੰ ਸੁਣਵਾਉਂਦੇ ਹਾਂ। मेरा नाम चमनदीप बग्गा है भाई जी, एडवोकेट चमन बग्गा है जी। ਓਕੇ ਜੀ ਸਰ। हाँ और सुनाओ। ਇਹ ਸਾਰੇ ਫਲੈਟ ਮੈਂ ਅੰਦਰ ਅੱਗੇ ਅੰਦਰ ਪੱਖਾ ਲੱਗਿਆ, ਪੂਰੇ ਨੰਬਰਿੰਗ ਕੀਤੀ ਹੋਈ ਹੈ ਫਲੈਟਾਂ ਦੀ, ਮੇਰੇ ਕੋਲ ਨੰਬਰ ਵੀ ਆ ਗਏ ਨੇ। ਤੁਸੀਂ ਇਹਨਾਂ ਨੂੰ ਤੋੜਿਆ, ਲਿਆ ਕਿੰਨੇ ਦਾ ਇਹਨਾਂ ਨੂੰ 5 ਸਾਲ ਬਾਅਦ ਤੁਸੀਂ, ਕਿਉਂਕਿ 5 ਸਾਲ ਬਾਅਦ ਉਹ ਬੰਦਾ ਵੇਚ ਸਕਦਾ ਹੈ ਸਰਕਾਰ ਕੋਲੋਂ ਜਿਹਨੇ ਲਿਆ ਜੀ, ਬਿਲਕੁਲ ਕਿੰਨੇ ਦਾ ਲਿਆ? ਉਹ ਤੁਹਾਨੂੰ ਉਹਦੇ ਵਿੱਚ ਜਸਟੀਫਿਕੇਸ਼ਨ ਕੋਈ ਹੋ ਸਕਦਾ? ਨੋ ਸਰ, ਸਰਕਾਰ ਨੇ ਪ੍ਰਾਈਮ ਲੋਕੇਸ਼ਨ ਤੇ ਗਰੀਬਾਂ ਵਾਸਤੇ, ਦੰਗਾ ਪੀੜਤਾਂ ਵਾਸਤੇ ਸਸਤਾ ਦਿੱਤਾ, 2.5 3 ਲੱਖ ਦਾ ਫ੍ਰੀ ਦਿੱਤਾ ਉਹਨਾਂ ਨੂੰ। ਤੁਸੀਂ ਉਹਨੂੰ 2 ਲੱਖ ਰੁਪਏ ਲੈ ਕੇ ਉਸ ਉੱਤੇ ਬਿਲਡਿੰਗ ਖੜੀ ਕਰ ਲੋਗੇ। ਕੈਮਰੇ ਦਾ ਫੇਸ ਕਰਕੇ ਤੁਹਾਨੂੰ ਮੈਂ ਕਹਾਂ ਤੁਸੀਂ ਆਪਣਾ ਵਰਸ਼ਨ ਦੇਣਾ ਚਾਹੋ। ਨਹੀਂ ਦੇਣਾ ਚਾਹੁੰਦਾ ਜੀ। ਫਿਰ ਤੁਸੀਂ ਸਹੀ ਹੋ, ਜੇ ਤੁਸੀਂ ਸਹੀ ਹੋ ਤੇ ਕੈਮਰੇ ਸਾਹਮਣੇ ਆ ਜਾਓ। ਯਾਰ ਮੇਰੀ ਜਾਨ ਦੇਖੋ ਸ਼ਰਮਾ ਜੀ, ਮੈਂ ਦੇਖੋ ਇਸ ਪਰਪਸਲੀ ਫੋਨ ਨਹੀਂ ਕੀਤਾ ਸੀ। ਤੁਹਾਨੂੰ ਅਗਰ ਲੱਗੇ ਤਾਂ ਬਿਲਕੁਲ ਦੇ ਦਿਓ ਜੀ, ਮੈਂ ਤੁਹਾਨੂੰ ਮਨਾ ਨਹੀਂ ਕਰ ਰਿਹਾ। ਮੈਂ ਚਲਾਉਂਗਾ ਸਰ ਖਬਰ, ਫਿਰ ਚਲਾਓ ਸਰ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮੇਰਾ ਰਾਈਟ ਹੈ ਤੁਹਾਡੇ ਕੋਲ ਪੁੱਛਣਾ। ਤੁਸੀਂ ਕੈਮਰੇ ਸਾਹਮਣੇ ਮੈਂ ਤੁਹਾਨੂੰ ਮਨਾ ਹੀ ਨਹੀਂ ਕਰ ਰਿਹਾ। ਅੱਛਾ, ਤੁਸੀਂ ਕੈਮਰੇ ਸਾਹਮਣੇ ਬੋਲ ਸਕਦੇ ਹੋ ਸਰ। ਮੈਂ ਕਿਉਂ ਬੋਲਣਾ ਕੈਮਰੇ ਦੇ ਸਾਹਮਣੇ? ਫਿਰ ਤੁਸੀਂ ਗਲਤ ਹੋ ਭਾਜੀ। ਠੀਕ ਹੈ, ਚਲੋ ਕੋਈ ਗੱਲ ਨਹੀਂ ਸਰ। ਠੀਕ ਹੈ ਸਰ, ਨਵੀਨ ਸਰ, ਥੈਂਕ ਯੂ ਸਰ, ਇੰਜੋਏ ਕਰੋ ਸਰ। ਥੈਂਕ ਯੂ ਓਕੇ ਸਰ। ਉੱਥੋਂ ਇੰਟਰਵਿਊ ਕਰਕੇ ਆਇਆ ਸਾਹਿਬ ਦੀ, ਉਹਨਾਂ ਨੇ ਮੈਨੂੰ ਕਿਹਾ, ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਵੀ ਇਹ ਫਲੈਟ ਜਿਹੜੇ ਨੇ 2-3 ਸਾਲ ਪਹਿਲੇ ਦਿੱਤੇ ਗਏ ਨੇ, ਇਹਨਾਂ ਨੂੰ ਅਗਰ ਕੋਈ ਖਰੀਦਦਾ, ਇਹਨਾਂ ਨੂੰ ਕੋਈ ਤੋੜ ਕੇ ਉਹਦੇ ਉੱਤੇ ਉਸਾਰੀ ਕਰ ਸਕਦਾ? ਉਹ ਕਹਿੰਦੇ ਨਹੀਂ ਕਰ ਸਕਦਾ।
नहीं कर सकता। बस ठीक है, मेरा यही फोन कर रहे हैं, मैं ਤੁਹਾਨੂੰ ਫੋਨ ਕਿਉਂ ਕਰ ਰਿਹਾ? ਮੈਂ ਤਾਂ ਆਪਣੇ ਰਹਿਣ ਦੇ ਲਈ ਜਾਣਕਾਰ ਹੋ ਕੇ ਰਿਲੇਸ਼ਨ ਦੇ ਵਿੱਚ ਤੁਹਾਨੂੰ ਇੱਕ ਰਿਕੁਐਸਟ ਕਰ ਰਿਹਾ ਕਿ ਜੇ ਤੁਹਾਡੇ ਪੇਸ਼ ਕਰਨ ਨਾਲ ਮੇਰਾ ਕੋਈ ਨੁਕਸਾਨ ਹੁੰਦਾ ਹੈ, ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਡੈਫੀਨਿਟਲੀ ਗੋ ਹੈਡ ਕਰੋ, ਜੇ ਬਚਾਓ ਹੋ ਸਕਦਾ ਤਾਂ ਬਚਾਓ ਕਰ ਦੇਣਾ। ਨਹੀਂ ਸਰ, ਮੈਂ ਨਾ ਦੇਖੋ, ਮੈਂ ਖਬਰ ਉਸ ਹਿਸਾਬ ਨਾਲ ਚਲਾਣਾ, ਇਹ ਸਾਰਿਆਂ ਨੂੰ ਪਤਾ ਜਿਹੜੀ ਖਬਰ ਮੈਂ ਚਲਾਣਾ ਵਾ ਕਰਦਾ ਵਾ ਉਹਨੂੰ ਚਲਾਣਾ, ਕਿਉਂਕਿ ਮੈਨੂੰ ਉੱਥੇ ਕਿਸੇ ਪਰਿਵਾਰ ਨੇ ਬੁਲਾਇਆ ਸੀ, ਉਹ ਪਰਿਵਾਰ ਭਾਵੇਂ ਕੈਮਰੇ ਸਾਹਮਣੇ, ਮੈਨੂੰ ਥੋੜੀ ਪਤਾ ਸੀ ਤੁਸੀਂ ਉਸਾਰੀ ਕਰ ਰਹੇ ਹੋ, ਮੈਨੂੰ ਤਾਂ ਕਿਸੇ ਨੇ ਬੁਲਾਇਆ, ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਜੇ ਕੋਈ ਬੁਲਾਉਂਦਾ ਕਿਸੇ ਜਰਨਲਿਸਟ ਨੂੰ ਅਸੀਂ ਖਬਰ ਹੀ ਨਾ ਲਾਵਾਂਗੇ, ਫਿਰ ਆਪਾਂ ਕਿੱਥੇ ਖੜੇ ਹਾਂ? ਨਵੀਨ ਭਾਈ ਸਾਰਾ ਕੁਝ ਤੁਹਾਡੇ ਤੇ ਛੱਡਦਾ ਡਾਰਲਿੰਗ। ਤਾਂ ਜਨਾਬ ਬਾਦਲ ਕੈਮਰੇ ਅੱਗੇ ਆਉਂਦੇ ਵੀ ਕਿਵੇਂ? ਕਰੋੜਾਂ ਦੀ ਪ੍ਰਾਪਰਟੀ ਦਾ ਕਾਲਾ ਖੇਡ ਜੋ ਬੇਪਰਦਾ ਹੋ ਰਿਹਾ ਸੀ। ਅਸੀਂ ਵੀ 1984 ਸਿੱਖ ਕਤਲੇਆਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਵੀ ਲੁਧਿਆਣਾ ਅੰਦਰ ਚੱਲ ਰਹੇ ਇਸ ਕਾਲੇ ਖੇਡ ਦੀਆਂ ਪਰਤਾਂ ਖੋਲ ਕੇ ਰੱਖ ਦਿੱਤੀਆਂ। ਜਿਹੜਾ ਤੇ LIG ਉੱਤੇ ਫਲੈਟ ਰਹੇ ਫੇਸ 2 ਦੇ ਵਿੱਚ, ਉਹਨਾਂ ਦੇ ਵਿੱਚ ਹੋਟਲ ਬਣ ਰਿਹਾ, ਇਹ ਬਿਲਕੁਲ ਨਜਾਇਜ਼ ਹੈ। ਹੋਟਲ ਨਹੀਂ ਬਣ ਸਕਦਾ ਉੱਥੇ। ਇਹ ਦੰਗਾ ਪੀੜਤਾਂ ਨੂੰ ਫਲੈਟ ਛੋਟੇ ਛੋਟੇ ਲਾਟ ਹੋਏ ਸਨ, ਤੇ ਪਹਿਲਾਂ ਵੀ ਮੈਂ ਦੇਖਿਆ ਉੱਧਰ ਜਾ ਕੇ ਕਿ ਇੱਕ ਬਹੁਤ ਮੰਜ਼ਿਲਾ ਵੱਡਾ ਹੋਟਲ ਉੱਥੇ ਬਣ ਰਿਹਾ ਹੈ, ਤੇ ਉਹ ਪੁੱਡੇ ਨੂੰ ਲੋਕਾਂ ਨੇ ਕਈ ਵਾਰ ਕੰਪਲੇਂਟ ਸ਼ਿਕਾਇਤ ਵੀ ਕੀਤੀ ਹੈ। ਪੁੱਡੇ ਵਾਲੇ ਕੋਈ ਸੁਣਾਈ ਕਰਦੇ ਨਹੀਂ ਹੈਗੇ, ਪੁੱਡੇ ਵਾਲੇ ਗੁੰਮ ਕਰਨ ਦੀ ਨੀਂਦ ਸੁੱਤੇ ਪਏ ਨੇ। ਅਸੀਂ ਬੜੀ ਕੋਸ਼ਿਸ਼ ਕੀਤੀ, ਬੜੀਆਂ ਕੰਪਲੇਂਟਾਂ ਕੀਤੀਆਂ, ਲੇਕਿਨ ਕੋਈ ਅਫਸਰ ਸੁਣਦਾ ਹੀ ਨਹੀਂ ਕਿਸੇ ਦੀ। ਤਾਂ ਕਾਲੇ ਖੇਡ ਦੀਆਂ ਪਰਤਾਂ ਤਾਂ ਪਿਆਜ਼ ਦੇ ਛਿੱਲੜਾਂ ਵਾਂਗ ਲੱਥ ਚੁੱਕੀਆਂ ਸੀ ਤੇ ਹੁਣ ਵਾਰੀ ਸੀ ਅੱਖਾਂ ਤੇ ਪੱਟੀ ਬੰਨੀ ਬੈਠੇ ਸਰਕਾਰੀ ਬਾਬੂ ਨੂੰ ਫੜਨ ਦੀ। ਸੋ ਸਾਡੀ ਟੀਮ ਪਹੁੰਚੀ ਗਲਾਡਾ ਦੇ CA ਰਿਸ਼ੀਪਾਲ ਦੇ ਕੋਲ, ਜਿਨ੍ਹਾਂ ਇੰਜ ਪ੍ਰਤੀਕਰਮ ਦਿੱਤਾ ਜਿਵੇਂ ਉਹਨਾਂ ਨੂੰ ਇਸ ਕਾਲੇ ਖੇਡ ਬਾਰੇ ਕੁਝ ਪਤਾ ਹੀ ਨਾ ਹੋਵੇ। ਲਓ ਸੁਣੋ ਕੀ ਕਿਹਾ ਸ਼੍ਰੀਮਾਨ ਨੇ। ਦਿਸ ਇਜ਼ ਨਾਟ ਪਰਮਿਸਿਬਲ। ਇਸ ਸੰਬੰਧ ਦੇ ਵਿੱਚ ਮੈਂ ਆਪਣੇ EO ਦੀ ਲਿਖਤੀ ਤੌਰ ਤੇ ਡਿਊਟੀ ਲਗਾ ਦਿੱਤੀ ਹੈ। ਹੀ ਵਿਲ ਟੇਕ ਇਮੀਡੀਏਟ ਨੈਸੈਸਰੀ ਐਕਸ਼ਨ ਵਾਟਐਵਰ ਇਜ਼ ਪਰਮਿਸਿਬਲ। ਰਾਈਟ ਸਰ। ਸਰ ਸਵਾਲ ਉਹੀ ਹੈ ਕਿ ਇਹ ਅਗਰ ਫਲੈਟ ਸਰਕਾਰ ਵੱਲੋਂ ਦਿੱਤੇ ਜਾਂਦੇ ਆ, 5 ਸਾਲ ਬਾਅਦ ਦੰਗਾ ਪੀੜਿਤ ਉਹਨੂੰ ਹੁੰਦਾ ਕਿ ਵੇਚ ਸਕਦਾ ਹੈ। ਅਗਰ ਕਿਸੇ ਨੂੰ ਵੇਚਦਾ ਤਾਂ ਜਿਹੜੀ ਸਰਕਾਰ ਨੇ ਉਹ ਸਾਰੀ ਕੀਤੀ ਹੁੰਦੀ ਹੈ ਜਿਸ ਨਕਸ਼ੇ ਦੇ ਨਾਲ, ਉਹਨੂੰ ਤੋੜ ਸਕਦਾ ਹੈ ਔਰ NOC ਹੋ ਸਕਦੀ ਹੈ ਜਾਰੀ, ਕੋਈ ਇਦਾਂ ਦੀ ਹੈਗੀ? ਮੈਂ ਇਸ ਸੰਬੰਧ ਵਿੱਚ ਪੂਰੀ ਫਾਈਲ ਨੂੰ ਘੋਖਣ ਤੋਂ ਬਾਅਦ ਹੀ ਕੋਈ ਡੈਫੀਨੇਟਿਵ ਆਨਸਰ ਦੇ ਸਕਦਾ। ਸੋ ਅੱਜ ਮੈਂ ਉਹ ਫਾਈਲ ਮੰਗਵਾ ਲਈ ਹੈ, ਉਸ ਤੋਂ ਬਾਅਦ ਵੀ ਵਿਲ ਟੇਕ ਦ ਲੀਗਲੀ ਪੋਸੀਬਲ action whatever the law says, and we will take it harsh and strong action. ਥੋੜੇ ਸ਼ਬਦ, only one line, commercial use ਹੋ ਸਕਦੀ ਹੈ? No, it is not possible. ਵਾਹ ਸ਼੍ਰੀਮਾਨ ਵਾਹ, ਕਿਆ ਬਾਤ ਹੈ। ਇੰਨਾ ਡੂੰਘਾਈ ਦੇ ਨਾਲ ਜਵਾਬ ਦੇਣ ਦੀ ਤਾਂ ਤੁਸੀਂ ਖਾਸ ਟ੍ਰੇਨਿੰਗ ਲੈ ਕੇ ਆਏ ਹੋਵੋਗੇ। ਕਿੱਥੇ ਸੌਖਾ ਹੁੰਦਾ ਹੈ, ਕਿੱਥੇ ਸੌਖਾ ਹੁੰਦਾ ਹੈ ਅਜਿਹਾ ਰਟਿਆ ਰਟਾਇਆ ਜਵਾਬ ਦੇਣਾ। ਪਰ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਇਹ ਸਭ ਕੁਝ ਪ੍ਰਸ਼ਾਸਨ ਦੀ ਨੱਕ ਹੇਠਾਂ ਚੱਲ ਰਿਹਾ ਹੈ। ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਨੂੰ ਕਮਰਸ਼ੀਅਲ 'ਚ ਤਬਦੀਲ ਇੰਜ ਹੀ ਕੀਤਾ ਜਾਂਦਾ ਹੈ ਤੇ ਫਿਰ ਜਦ ਰੀਅਲ ਐਸਟੇਟ ਦਾ ਬੂਮ ਆਉਂਦਾ ਹੈ ਤਾਂ ਭੂ ਮਾਫੀਆ ਦੇ ਅਜਿਹੇ ਹੀ ਲੋਕ ਪਰਦੇ ਨੇ ਆਪਣੀਆਂ ਜੇਬਾਂ ਤੇ ਆਮ ਲੋਕਾਂ ਦਾ ਕੀ ਹੈ? ਦੁੱਖ, ਤਕਲੀਫਾਂ, ਧੱਕੇ ਮੁਬਾਰਕ ਹੋਣ ਆਮ ਲੋਕਾਂ ਨੂੰ। BTC ਨਿਊਜ਼ ਲਈ ਲੁਧਿਆਣਾ ਤੋਂ ਨਵੀਨ ਸ਼ਰਮਾ ਦੀ ਰਿਪੋਰਟ।